ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟੀਚਰ। ਜਿਵੇਂ ਕਿ ਪਤਾ ਤੁਹਾਨੂੰ ਕਿ ਜਿਹੜਾ ਆਪਣਾ 3rd ਚੈਪਟਰ ਸੀਗਾ ਐਗਰੀਕਲਚਰ ਡਿਵੈਲਪਮੈਂਟ ਇਨ ਇੰਡੀਆ, ਉਹ ਆਪਾਂ ਨੇ ਖਤਮ ਕਰ ਲਿਆ ਸੀ। ਆਪਾਂ ਨੇ ਇਸ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਆਨਸਰ ਡਿਸਕਸ ਕਰਾਂਗੇ। ਤਾਂ ਚਲੋ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤਾਂ ਫਰਸਟ ਕੁਐਸਚਨ ਕੀ ਹੈ, ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀਬਾੜੀ ਦਾ ਕੀ ਯੋਗਦਾਨ ਹੈ। ਜਿਹੜਾ ਰਾਸ਼ਟਰੀ ਆਮਦਨ ਹੈ ਨਾ, ਰਾਸ਼ਟਰੀ ਆਮਦਨ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਖੇਤੀਬਾੜੀ ਤੋਂ ਪ੍ਰਾਪਤ ਹੁੰਦਾ, ਕਿਉਂਕਿ ਆਪਾਂ ਨੂੰ ਪਤਾ ਹੈ ਇੰਡੀਆ ਕੀ ਹੈ, ਖੇਤੀ ਪ੍ਰਧਾਨ ਦੇਸ਼ ਹੈ। ਠੀਕ ਹੈ ਜੀ। ਤਾਂ 1950-51 ਦੇ ਵਿੱਚ ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀ ਦਾ ਯੋਗਦਾਨ 56% ਸੀ। ਉਸ ਤੋਂ ਬਾਅਦ ਜਦੋਂ ਮਤਲਬ ਦੇਖਿਆ ਗਿਆ ਡਾਟਾ, ਤਾਂ ਇਹਦੇ ਕਮੀ ਆਂਦੀ ਗਈ, ਇਹਦੇ 56 ਤੋਂ ਫਿਰ ਘਟਦਾ ਗਿਆ ਖੇਤੀ ਦਾ ਯੋਗਦਾਨ ਰਾਸ਼ਟਰੀ ਆਮਦਨ ਦੇ ਵਿੱਚ। 17-18 ਦੇ ਵਿੱਚ ਦੇਖਿਆ ਗਿਆ ਤਾਂ ਇਹ 15.3% ਹੋ ਗਿਆ। ठीक है। नैक्सट क्वेश्चन की है, भारत विच खेती रोजगार का मुख्य साधन है। ये तो अपन पता ही है, क्योंकि जे भारत खेती प्रधान देश है तो यह बहुत ज़्यादा मात्रा दे विच बहुत वड्डे पद्धर ते की करदा गा, लोकां नूं रोजगार दिंदा गा। साडी अर्थव्यवस्था विच खेती रोजगार का मुख्य साधन है। ਆਪਾਂ ਨੂੰ ਪਤਾ ਕਿ ਖੇਤੀਬਾੜੀ ਕੀ ਹੈ, ਰੁਜ਼ਗਾਰ ਦਾ ਮੁੱਖ ਸਾਧਨ ਹੈ। ਕਿਵੇਂ? ਕਿਉਂਕਿ ਜਦੋਂ 2017 ਤੇ 18 ਦੇ ਵਿੱਚ ਦੇਖਿਆ ਸੀ ਤਾਂ ਜਿਹੜੀ ਕਾਰਜਸ਼ੀਲ ਜਨਸੰਖਿਆ, ਹੁਣ ਕਾਰਜਸ਼ੀਲ ਜਨਸੰਖਿਆ ਕਿਹੜੀ ਹੁੰਦੀ ਆ? ਕਾਰਜਸ਼ੀਲ ਜਨਸੰਖਿਆ ਉਹ ਹੁੰਦੀ ਆ ਜਿਹੜੀ ਕਿ ਕੰਮ ਕਰਨ ਵਾਲੇ ਜਿਹੜੇ ਨੌਜਵਾਨ ਹੁੰਦੇ ਨੇ, ਮਤਲਬ ਜਿਹਦੇ ਵਿੱਚ ਬੱਚੇ ਨਹੀਂ ਆਉਂਦੇ ਔਰ ਔਰਤਾਂ ਨਹੀਂ ਆਉਂਦੀਆਂ। ਠੀਕ ਹੈ। ਕਾਰਜਸ਼ੀਲ ਜਨਸੰਖਿਆ ਉਹਦੇ ਵਿੱਚ 46.2% ਭਾਗ ਜਿਹੜਾ ਹੈਗਾ ਖੇਤੀ ਜਿਹੜਾ ਹੈਗਾ ਆ, ਇਹ ਰੁਜ਼ਗਾਰ ਦਿੰਦਾ ਗਾ। 46.2% ਲੋਕਾਂ ਨੂੰ ਰੁਜ਼ਗਾਰ ਦਿੰਦਾ ਗਾ। थर्ड क्वेश्चन की है, भारत दे मुख भूमि सुधार ਕਿਹੜੇ ਹਨ। ਤਾਂ ਮੁੱਖ ਸੁਧਾਰ ਕਿਹੜੇ ਨੇ? ਇਹਦੇ ਵਿੱਚ ਬਹੁਤ ਸਾਰੇ ਪੁਆਇੰਟ ਤੁਸੀਂ ਲਿਖ ਸਕਦੇ ਹੋ। ਇੱਥੇ 4 ਪੁਆਇੰਟਸ ਨੇ। ਕਿਹੜੇ ਨੇ? ਜ਼ਿੰਮੇਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ। ਠੀਕ ਹੈ ਜੀ। ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ ਕੀਤਾ ਗਿਆ। ਭੂਮੀ ਦੀਆਂ ਜੋਤਾਂ ਦੀ ਉੱਚਤਮ ਸੀਮਾ ਨਿਰਧਾਰਿਤ ਕੀਤੀ ਗਈ। ਚੱਕਬੰਦੀ ਕੀਤੀ ਗਈ। ਸਹਿਕਾਰੀ ਖੇਤੀ ਦਾ ਵਿਕਾਸ ਕੀਤਾ ਗਿਆ। ਸਹਿਕਾਰੀ ਜੋ ਤੁਹਾਨੂੰ ਪਤਾ ਹੀ ਹੈ ਵੀ ਕਿਸਾਨ ਜਿਹੜੇ ਨੇ ਮਿਲ ਕੇ ਖੇਤੀ ਕਰ ਸਕਦੇ ਨੇ ਅਗਰ ਜੇ ਉਹ ਚਾਹਣ ਤਾਂ। ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਹੁਣ ਆਪਾਂ ਨੂੰ ਪਤਾ ਕਿ ਜਿਹੜਾ ਦੇਖਦੇ ਗਏ ਸੀਗੇ ਕਿ ਫਸਲਾਂ ਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ, ਤਾਂ ਯੋਜਨਾਵਾਂ ਬਣਾਈਆਂ ਗਈਆਂ ਸੀਗੀਆਂ। ਤਾਂ ਯੋਜਨਾਵਾਂ ਬਣਾਈਆਂ ਗਈਆਂ ਸੀ ਤਾਂ ਨਵੇਂ ਤਰੀਕੇ ਲੈ ਕੇ ਆਏ ਗਏ ਸੀਗੇ। ਤੇ 1966-67 ਦੇ ਵਿੱਚ ਕੀ ਹੋਇਆ ਸੀਗਾ, ਫਸਲਾਂ ਦੀ ਪੈਦਾਵਾਰ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਸੀ। ਇਸੇ ਕਰਕੇ ਉਸ ਨੂੰ ਆਪਾਂ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਸੀਗਾ। ਇਹਦੇ ਨਾਲ ਕੀ ਹੋਇਆ ਸੀਗਾ, ਜਿਹੜੇ ਕਣਕ ਔਰ ਚਾਵਲ, ਖਾਸ ਕਰਕੇ ਕਣਕ ਅਤੇ ਚੌਲ ਦੇ ਉਤਪਾਦਨ ਦੇ ਵਿੱਚ ਹੀ ਵਾਧਾ ਹੋਇਆ ਸੀ। ਹੋਰ ਕਿਸੇ ਵੀ ਫਸਲਾਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਨਹੀਂ ਹੋਇਆ ਸੀਗਾ। ਠੀਕ ਹੈ। ਤੇ ਇਹ ਜਦੋਂ ਖੇਤੀ ਦੇ ਇੰਨਾ ਉਪਜ ਵੱਧ ਗਿਆ ਸੀਗਾ, ਤਦ ਇਸੇ ਕਰਕੇ ਹੀ ਇਸ ਨੂੰ ਆਪਾਂ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ ਸੀਗਾ। ਇਹ ਕਿਉਂ ਸੰਭਵ ਹੋਇਆ ਸੀਗਾ? ਇਹ ਇਸ ਕਰਕੇ ਸੰਭਵ ਹੋਇਆ ਸੀ ਕਿਉਂਕਿ ਆਪਣੇ ਨਵੇਂ ਤਕਨੀਕ ਅਪਣਾਏ ਸੀਗੇ, ਉੱਨਤ ਬੀਜ ਅਪਣਾਏ ਸੀਗੇ, ਸਿੰਜਾਈ ਦੇ ਨਵੇਂ ਤਰੀਕੇ ਅਪਣਾਏ ਸੀਗੇ। ਠੀਕ ਹੈ। ਇਹਦੇ ਬਹੁਤ ਸਾਰੇ ਕਾਰਨ ਨੇ ਕਿ ਕਿਵੇਂ ਹਰੀ ਕ੍ਰਾਂਤੀ ਆਈ ਸੀਗੀ। ਠੀਕ ਹੈ ਜੀ। 5th ਕੁਐਸਚਨ ਕੀ ਆ, ਹਰੀ ਕ੍ਰਾਂਤੀ ਭਾਰਤ ਦੀ ਅੰਨ ਸਮੱਸਿਆ ਦੇ ਹੱਲ ਵਿੱਚ ਕਿਸ ਤਰ੍ਹਾਂ ਸਹਾਇਕ ਹੈ। ਜਿਹੜੀ ਹਰੀ ਕ੍ਰਾਂਤੀ ਆ, ਕਿਸ ਤਰ੍ਹਾਂ ਇਹ ਪ੍ਰੋਬਲਮ ਅੰਨ ਦੀ ਸਮੱਸਿਆ ਆ, ਇਹਨੂੰ ਕਿਵੇਂ ਸੌਰਟ ਆਊਟ ਕਰਦੀ ਆ। ਤਾਂ ਜਦੋਂ ਹਰੀ ਕ੍ਰਾਂਤੀ ਆਈ ਤਾਂ ਇਹਦੇ ਨਾਲ ਜਿਹੜੀ ਭਾਰਤ ਦੇ ਵਿੱਚ ਅਨਾਜ ਦੀ ਕਮੀ ਹੁੰਦੀ ਸੀਗੀ, ਤਾਂ ਇਹਨੇ ਅਨਾਜ ਦੀ ਕਮੀ ਨੂੰ ਕੀ ਕਰਤਾ? ਦੂਰ ਕਰ ਦਿੱਤਾ। ਹਰੀ ਕ੍ਰਾਂਤੀ ਦੇ ਕਾਰਨ 1967-68 ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਫਸਲ ਦੇ ਉਤਪਾਦਨ ਦੇ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ। ਸਾਲ 67-68 ਵਿੱਚ, ਜਿਸ ਨੂੰ ਹਰੀ ਕ੍ਰਾਂਤੀ ਦਾ ਸਾਲ ਮੰਨਿਆ ਜਾਂਦਾ ਹੈ, ਅਨਾਜ ਦਾ ਉਤਪਾਦਨ ਵੱਧ ਕੇ 950 ਲੱਖ ਟਨ ਹੋ ਗਿਆ। 2017-18 ਦੇ ਵਿੱਚ ਅਨਾਜ ਦਾ ਉਤਪਾਦਨ 2775 ਲੱਖ ਟਨ ਹੋ ਗਿਆ। ਕਿਉਂਕਿ ਜਦ ਪਹਿਲਾਂ 67-68 ਦੇ ਵਿੱਚ ਦੇਖਿਆ ਗਿਆ ਸੀਗਾ, ਉਦੋਂ ਕਿੰਨਾ ਸੀ? ਇੰਨਾ ਸੀਗਾ, ਮਤਲਬ ਜਦੋਂ ਹਲੇ ਸਟਾਰਟਿੰਗ ਹੋਈ ਸੀਗੀ। ਉਸ ਤੋਂ ਬਾਅਦ ਜਦੋਂ ਐਵੇਂ ਤਰੱਕੀ ਹੁੰਦੀ ਗਈ, ਖੇਤੀ ਦਾ ਵਿਕਾਸ ਕਰਨ ਲਈ ਨਵੇਂ ਤਕਨੀਕ ਕੱਢੇਗਾ, ਤਾਂ ਇਹਦਾ ਉਤਪਾਦਨ ਕੀ ਹੈ? ਵਾਧਾ ਗਿਆ। ਠੀਕ ਹੈ ਜੀ। ਹੁਣ ਇੱਥੇ ਆਪਣੇ ਜਿਹੜੇ ਸ਼ਾਰਟ ਕੁਐਸਚਨ ਆਨਸਰ ਨੇ ਉਹ ਖਤਮ ਹੁੰਦੇ ਨੇ। ਆਪਾਂ ਬੜੇ ਕੁਐਸਚਨ, ਲੌਂਗ ਕੁਐਸਚਨ ਆਨਸਰ ਨੂੰ ਨੈਕਸਟ ਡਿਸਕਸ ਕਰਨ ਜਾ ਰਹੇ ਹਾਂ। ਤੇ ਇਹਦੇ ਵਿੱਚ ਫਰਸਟ ਕੁਐਸਚਨ ਆਪਣਾ ਕੀ ਹੈ, ਭਾਰਤੀ ਅਰਥ ਵਿਵਸਥਾ ਵਿੱਚ ਖੇਤੀ ਦਾ ਮਹੱਤਵ ਬਿਆਨ ਕਰੋ। ਕੀ ਇੰਪੋਰਟੈਂਸ ਹੈ ਖੇਤੀਬਾੜੀ ਦਾ? ਹੁਣ ਜਿੰਨੇ ਵੀ ਉੱਪਰ ਕੁਐਸਚਨ 2-3 ਆਪਾਂ ਪੜ੍ਹੇ ਨੇ, ਉੱਥੋਂ ਹੀ ਆਪਾਂ ਨੂੰ 2-3 ਪੁਆਇੰਟ ਤਾਂ ਪਤਾ ਚੱਲ ਜਾਂਦੇ ਕਿ ਰਾਸ਼ਟਰੀ ਆਮਦਨ ਨੂੰ ਵਧਾਉਂਦਾ ਆ, ਰੁਜ਼ਗਾਰ ਦਾ ਸਾਧਨ ਹੈ, ਤੇ ਅੰਨ ਦੀ ਸਮੱਸਿਆ ਨੂੰ ਉਹ ਕਰਦਾ ਗਾ, ਖਤਮ ਕਰਦਾ ਗਾ। ਅੰਨ ਦੀ ਜਿਹੜੀ ਕਮੀ ਆਂਦੀ ਹੁੰਦੀ ਸੀਗੀ ਉਹਨੂੰ ਖਤਮ ਕਰਦਾ ਗਾ। ਠੀਕ ਹੈ। ਤਾਂ ਖੇਤੀਬਾੜੀ ਕੀ ਕਰਦਾ ਗਾ, ਇਹਦਾ ਮਹੱਤਵ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਰੁਜ਼ਗਾਰ ਦਾ ਮੁੱਖ ਸਰੋਤ ਹੈ। ਇਸ ਧੰਦੇ ਵਿੱਚ ਭਾਰਤ ਦੀ ਕੁੱਲ ਜਨਸੰਖਿਆ ਦਾ 46.2 ਭਾਗ ਪ੍ਰਤੱਖ ਰੂਪ ਵਿੱਚ, ਪ੍ਰਤੱਖ ਮਤਲਬ ਡਾਇਰੈਕਟ ਰੂਪ ਦੇ ਵਿੱਚ ਖੇਤੀ ਦੇ ਉੱਤੇ ਲੱਗਿਆ ਹੋਇਆਗਾ ਕੰਮ ਕਰਨ ਦੇ, ਔਰ ਖੇਤੀਬਾੜੀ ਕਰਕੇ ਉਹ ਆਪਣਾ ਗੁਜ਼ਾਰਾ ਕਰ ਰਿਹਾ। ਇਸ ਲਈ ਖੇਤੀ ਭਾਰਤੀਆਂ ਦੇ ਲਈ ਕੀ ਹੈ? ਇੱਕ ਰੁਜ਼ਗਾਰ ਦਾ ਸਾਧਨ ਹੈ। ਠੀਕ ਹੈ ਜੀ। ਸੈਕੰਡ ਪੁਆਇੰਟ ਕੀ ਹੈ, ਰਾਸ਼ਟਰੀ ਆਮਦਨ ਵਿੱਚ ਖੇਤੀ ਦਾ ਯੋਗਦਾਨ। ਠੀਕ ਹੈ ਜੀ। ਰਾਸ਼ਟਰੀ ਆਮਦਨ ਦੇ ਵਿੱਚ ਖੇਤੀ ਦਾ ਯੋਗਦਾਨ ਜਿਵੇਂ ਕਿ ਪੜ੍ਹਿਆਗਾ, ਪਹਿਲਾਂ ਵੱਧ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਖੇਤੀ ਦਾ ਯੋਗਦਾਨ ਕੀ ਹੈ? ਘਟਦਾ ਗਿਆ।
ਤੇ 2017-18 ਦੇ ਵਿੱਚ ਦੇਖਿਆ ਤੇ ਕਿੰਨਾ ਹੋ ਗਿਆ 15.3 ਭਾਗ ਹੋ ਗਿਆ ਸੀਗਾ ਰਾਸ਼ਟਰੀ ਆਮਦਨ ਦਾ। ਠੀਕ ਹੈ ਜੀ। ਨੈਕਸਟ ਕੀ ਹੈ ਰੁਜ਼ਗਾਰ ਦਾ ਸਾਧਨ। ਭਾਰਤੀ ਖੇਤੀ ਭਾਰਤ ਦੀ ਮਜ਼ਦੂਰ ਜਨਸੰਖਿਆ ਦੇ ਸਭ ਤੋਂ ਵੱਧ ਭਾਗ ਨੂੰ ਰੁਜ਼ਗਾਰ ਪ੍ਰਦਾਨ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ। ਠੀਕ ਹੈ ਜੀ। ਉਦਯੋਗਾਂ ਦਾ ਯੋਗਦਾਨ ਮਤਲਬ ਕਿ ਉਦਯੋਗਾਂ ਦੇ ਲਈ ਵੀ ਇਹ ਬੈਨੀਫਿਟ ਹੈ ਖੇਤੀਬਾੜੀ, ਕਿਉਂਕਿ ਉਦਯੋਗਾਂ ਨੂੰ ਵੀ ਕੱਚਾ ਮਾਲ ਇਸ ਤੋਂ ਪ੍ਰਾਪਤ ਹੁੰਦਾ ਗਾ। ਭਾਰਤ ਦੇ ਕਈ ਉਦਯੋਗ ਕੱਚੇ ਮਾਲ ਲਈ ਖੇਤੀ ਉੱਪਰ ਹੀ ਆਧਾਰਿਤ ਹਨ, ਜਿਵੇਂ ਕਿ ਸੂਤੀ ਕੱਪੜਾ, ਪਟਸਨ, ਖੰਡ, ਤੇਲ ਵਾਲੇ ਬੀਜ, ਹੱਥ ਖੰਡੀ, ਬਨਸਪਤੀ, ਘਿਓ ਆਦਿ ਸਾਰੇ ਉਦਯੋਗ ਜਿਹੜੇ ਹੈਗੇ ਨੇ ਉਹ ਕੀ ਨੇ ਖੇਤੀਬਾੜੀ ਦੇ ਉੱਤੇ ਡਿਪੈਂਡ ਨੇ, ਕਿਉਂਕਿ ਇਹ ਸਾਰਾ ਕੱਚਾ ਮਾਲ ਫੈਕਟਰੀ ਵਿੱਚ ਜਾਂਦਾ ਫਿਰ ਉੱਥੋਂ ਬਣਦਾ ਹੁੰਦਾ ਗਾ। ਠੀਕ ਹੈ ਜੀ। ਅੰਤਰਰਾਸ਼ਟਰੀ ਵਪਾਰ ਵਿੱਚ ਯੋਗਦਾਨ। ਹੁਣ ਆਪਾਂ ਨੇ ਦੇਖਿਆ ਹੋਊਗਾ ਕਿ ਪਹਿਲਾਂ ਤਾਂ ਕੀ ਹੁੰਦਾ ਸੀਗਾ, ਜਿਹੜੇ ਕਿਸਾਨ ਸੀ ਉਹ ਫਸਲਾਂ ਨੂੰ ਉਗਾਉਂਦੇ ਹੁੰਦੇ ਸੀ ਤੇ ਖੁਦ ਯੂਜ਼ ਕਰ ਲੈਂਦੇ ਹੁੰਦੇ ਸੀ ਔਰ ਸਟੋਰ ਕਰ ਲੈਂਦੇ ਸੀ, ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਯੂਜ਼ ਕਰ ਦਿੰਦੇ ਸੀਗੇ, ਜਾਂ ਫਿਰ ਉਹ ਕੀ ਕਰਦੇ ਹੁੰਦੇ ਸੀ ਫਸਲਾਂ ਨੂੰ ਜ਼ਿਆਦਾ ਉਗਾ ਕੇ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਦੂਸਰੇ ਤੋਂ ਵਟਾ ਲੈਂਦੇ ਹੁੰਦੇ ਸੀਗੇ। ਜਿਵੇਂ ਮੰਨ ਲਓ ਕਿਸੇ ਕੋਲ ਕਣਕ ਹੈ, ਉਹ ਕਣਕ ਕਿਸੇ ਔਰ ਨੂੰ ਦੇ ਕੇ ਅਗਰ ਜੇ ਉਹਨੂੰ ਜ਼ਰੂਰਤ ਹੈ ਕੱਪੜੇ ਦੀ ਤਾਂ ਉਹ ਕੱਪੜਾ ਲੈ ਸਕਦਾ ਸੀਗਾ। ਮਤਲਬ ਇੱਕ ਤਰੀਕੇ ਨਾਲ ਉਸ ਸਮੇਂ ਕਿਉਂਕਿ ਮੁਦਰਾ ਨਹੀਂ ਸੀਗੀ ਨਾ, ਪੈਸੇ ਨਹੀਂ ਸੀਗੇ, ਤਾਂ ਉਸ ਸਮੇਂ ਜਿਹੜੀ ਅਨਾਜ ਹੀ ਸੀਗੇ ਤਾਂ ਇਹ ਅਨਾਜ ਹੀ ਮੁਦਰਾ ਦੀ ਤਰ੍ਹਾਂ ਕੰਮ ਕਰਦੀ ਸੀਗੀ। ਠੀਕ ਹੈ ਜੀ। ਤਾਂ ਇਹ ਵੀ ਇੱਕ ਇੰਪੋਰਟੈਂਸ ਹੈ ਖੇਤੀਬਾੜੀ ਦਾ। ਫਿਰ ਉਸ ਤੋਂ ਬਾਅਦ ਕਿਸਾਨਾਂ ਨੇ ਕੀ ਕੀਤਾ, ਮਤਲਬ ਕਿਸਾਨਾਂ ਦੇ ਵਿਕਾਸ ਦੇ ਲਈ ਕੀ ਹੋਇਆ, ਆਯਾਤ ਨਿਰਯਾਤ ਇੰਪੋਸੀਬਲ ਹੋਣ ਲੱਗ ਗਿਆ। ਤਾਂ ਲੋਕ ਕੀ ਕਰਨ ਲੱਗ ਗਏ, ਆਪਣੀ ਖੇਤੀਬਾੜੀ ਨੂੰ ਇੰਨਾ ਜ਼ਿਆਦਾ ਵਿਕਾਸ ਕਰਨ ਲੱਗ ਗਏ, ਇੰਨੀ ਫਸਲਾਂ ਪੈਦਾ ਕਰਨ ਲੱਗ ਗਏ ਕਿ ਉਹ ਆਪਣੀ ਜਿਹੜੀ ਫਸਲਾਂ ਹੈ ਉਹ ਦੂਸਰੇ ਦੇਸ਼ ਦੇ ਵਿੱਚ ਭੇਜ ਕੇ ਤੇ ਆਪਣਾ ਪ੍ਰੋਫਿਟ ਕਮਾ ਸਕਦੇ ਨੇ। ਇਸ ਕਰਕੇ ਅੰਤਰਰਾਸ਼ਟਰੀ ਜਿਹੜੇ ਵਪਾਰ ਹੁੰਦੇ ਨੇ ਉਹਦੇ ਵਿੱਚ ਵੀ ਯੋਗਦਾਨ ਆ। ਭਾਰਤ ਆਪਣੇ ਕੁੱਲ ਨਿਰਯਾਤ ਦਾ ਪ੍ਰਤੱਖ ਅਤੇ ਸਪਸ਼ਟ ਰੂਪ ਵਿੱਚ 18% ਭਾਗ ਖੇਤੀ ਉਪਜਾਂ ਤੋਂ ਬਣੇ ਪਦਾਰਥਾਂ ਦੇ ਰੂਪ ਵਿੱਚ ਨਿਰਯਾਤ ਕਰਦਾ ਗਾ। 18%। ਠੀਕ ਹੈ ਜੀ। ਇਹ ਸੀਗੇ ਇੰਪੋਰਟੈਂਸ ਖੇਤੀਬਾੜੀ ਦੇ। ਸੈਕੰਡ ਕੁਐਸਚਨ ਕੀ ਹੈ, ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਕਿਹੜੀ ਨੇ, ਕੀ ਇਹਦੇ ਪ੍ਰੋਬਲਮਸ ਨੇ। ਤਾਂ ਸਭ ਤੋਂ ਪਹਿਲਾਂ ਇਹ ਪ੍ਰੋਬਲਮ ਇਹ ਹੈ ਕਿ ਮਨੁੱਖੀ ਸਮੱਸਿਆ, ਕਿਉਂਕਿ ਦੇਖਿਆ ਹੋਊਗਾ ਕਿ ਭਾਰਤ ਦੀ ਜਨਸੰਖਿਆ ਕਿੰਨੀ ਬਹੁਤ ਜ਼ਿਆਦਾ ਆ ਔਰ ਸਾਰੀ ਜਨਸੰਖਿਆ ਜਿਹੜੀ ਹੈਗੀ ਉਹ ਜ਼ਿਆਦਾਤਰ ਕੀ ਹੈ ਖੇਤੀ ਦੇ ਉੱਤੇ ਡਿਪੈਂਡ ਹੈ। ਠੀਕ ਹੈ ਜੀ। ਭਾਰਤੀ ਖੇਤੀ ਦੇ ਪਿਛੜੇਪਨ ਦਾ ਮੁੱਖ ਕਾਰਨ ਕੀ ਹੈ, ਸਾਡੇ ਦੇਸ਼ ਦੇ ਵਿੱਚ ਜਨਸੰਖਿਆ ਦਾ ਜ਼ਿਆਦਾ ਹੋਣਾ ਔਰ ਖੇਤੀਬਾੜੀ ਦੇ ਉੱਤੇ ਜ਼ਿਆਦਾ ਡਿਪੈਂਡ ਹੋਣਾ। ਜ਼ਮੀਨ ਉੱਤੇ ਜਨਸੰਖਿਆ ਦਾ ਵਧੇਰੇ ਦਬਾਅ ਹੋਣ ਦੇ ਕਾਰਨ ਉਪਵੰਡ ਅਤੇ ਵਿਖੰਡ ਦੀ ਸਮੱਸਿਆ ਪੈਦਾ ਹੋ ਗਈ ਹੈ। ਛਿਪੀ ਹੋਈ ਬੇਰੁਜ਼ਗਾਰੀ ਵੀ ਵਧੀ ਹੈ, ਕਿਉਂਕਿ ਛਿਪੀ ਹੋਈ ਬੇਰੁਜ਼ਗਾਰ ਆਪਾਂ ਨੇ ਪਹਿਲਾਂ ਡਿਸਕਸ ਕੀਤਾ ਹੋਇਆਗਾ, ਇਸ ਲਈ ਮੈਂ ਇੱਥੇ ਸ਼ਾਰਟ 'ਚ ਦੱਸ ਦਿੰਦੀ ਹਾਂ। ਛਿਪੀ ਹੋਈ ਬੇਰੁਜ਼ਗਾਰ ਜਿੱਥੇ ਲੋੜ ਤੋਂ ਵੱਧ ਮਜ਼ਦੂਰ ਜਿਹੜੇ ਲੱਗੇ ਹੋਣ ਕੰਮ ਦੇ ਵਿੱਚ। ਠੀਕ ਹੈ ਜੀ। ਤਾਂ ਜਦੋਂ ਜਨਸੰਖਿਆ ਵਧੂਗੀ ਤਾਂ ਇਹਦੇ ਨਾਲ ਕੀ ਹੋਊਗਾ, ਭੂਮੀ ਦਾ ਵੀ ਵੰਡਿਆ ਜਾਊਗਾ, ਕਿਉਂਕਿ ਜੇ ਕਿਸਾਨ ਦੇ 5 ਪੁੱਤਰ ਨੇ ਤਾਂ 5 ਪੁੱਤਰਾਂ ਨੂੰ ਅਗਰ ਜ਼ਮੀਨ ਦੇ ਵਿੱਚ ਭਾਗ ਦੇਣਾ ਹੋਵੇ ਤਾਂ ਉਹ ਆਪਣਾ ਅਲੱਗ-ਅਲੱਗ ਖੇਤੀ ਕਰਨਗੇ। ਤਾਂ ਇਸ ਤਰੀਕੇ ਨਾਲ ਕੀ ਹੋਇਆ, ਭੂਮੀ ਦਾ ਆਕਾਰ ਵੰਡਿਆ ਗਿਆ। ਠੀਕ ਹੈ ਜੀ। ਤੇ ਇਹ ਇੱਕ ਕੀ ਹੈ ਸਮੱਸਿਆ ਆ। ਸੰਸਥਾਗਤ ਸਮੱਸਿਆਵਾਂ। ਭਾਰਤ ਵਿੱਚ ਜ਼ਿਆਦਾਤਰ ਖੇਤ ਬਹੁਤ ਛੋਟੇ-ਛੋਟੇ ਹਨ। ਖੇਤਾਂ ਦੇ ਛੋਟੇ-ਛੋਟੇ ਹੋਣ ਦਾ ਕਾਰਨ ਉਹਨਾਂ ਉੱਤੇ ਵਿਗਿਆਨਿਕ ਢੰਗ ਨਾਲ ਖੇਤੀ ਨਹੀਂ ਹੋ ਸਕਦੀ ਤੇ ਉਹਦੇ ਨਾਲ ਜਿਹੜੇ ਪਸ਼ੂਆਂ, ਯੰਤਰਾਂ ਤੇ ਸਿੰਜਾਈ ਦੇ ਜਿਹੜੇ ਫਜ਼ੂਲ ਖਰਚਾ ਹੁੰਦਾ, ਕਿਉਂਕਿ ਕਿੱਥੇ ਆਪਾਂ ਨੇ ਇਕੱਠੇ ਹੀ ਸਭ ਨੂੰ ਕਰ ਦੇਣਾ, ਇਹ ਇਕੱਠੇ ਦੇ ਉੱਤੇ ਸਾਰੀ ਚੀਜ਼ਾਂ ਦਾ ਖਰਚਾ ਆ ਜਾਣਾ, ਔਰ ਕਿਤੇ ਛੋਟੇ-ਛੋਟੇ ਭਾਗ ਦੇ ਵਿੱਚ ਤਾਂ ਉਹ ਜ਼ਿਆਦਾ ਫਜ਼ੂਲ ਖਰਚੀ ਹੁੰਦੀ ਸੀਗੀ। ਠੀਕ ਹੈ ਜੀ। ਔਰ ਤਕਨੀਕੀ ਸਮੱਸਿਆਵਾਂ ਕਿਹੜੀਆਂ ਨੇ, ਇਹ ਤਾਂ ਸੀਗੀਆਂ ਮਨੁੱਖੀ ਸਮੱਸਿਆ ਜਿਹਦੇ ਲਈ ਮਨੁੱਖ ਜ਼ਿੰਮੇਵਾਰ ਹੈ। ਔਰ ਨੈਕਸਟ ਕੀ ਹੈ ਤਕਨੀਕੀ ਸਮੱਸਿਆ। ਤਾਂ ਤਕਨੀਕੀ ਸਮੱਸਿਆ ਦੇ ਵਿੱਚ ਕੀ ਹੈ, ਸਿੰਜਾਈ ਦੀ ਸਹੂਲਤਾਂ ਦੀ ਘਾਟ ਹੈ, ਕਿਉਂਕਿ ਪਤਾ ਹੈ ਆਪਾਂ ਨੂੰ ਕਿ ਜਿਹੜਾ ਭਾਰਤ ਹੈ ਉਹ ਜ਼ਿਆਦਾਤਰ ਖੇਤੀਬਾੜੀ ਦੇ ਸਿੰਜਾਈ ਦੇ ਲਈ ਕਿਹਦੇ ਤੇ ਡਿਪੈਂਡ ਰਹਿੰਦਾ, ਕੁਦਰਤ ਤੇ ਡਿਪੈਂਡ ਰਹਿੰਦਾ ਗਾ। ਠੀਕ ਹੈ ਜੀ। ਤਾਂ ਹੁਣ ਜਦ ਬਾਰਿਸ਼ ਹੋ ਜਾਂਦੀ ਸੀ ਤਾਂ ਪੈਦਾਵਾਰ ਵਧੀਆ ਹੁੰਦੀ ਸੀਗੀ, ਜੇ ਨਹੀਂ ਹੁੰਦੀ ਸੀ ਤਾਂ ਪੈਦਾਵਾਰ ਕੀ ਹੁੰਦੀ ਸੀ, ਘਟ ਜਾਂਦੀ ਸੀਗੀ। ਠੀਕ ਹੈ ਜੀ। ਤੇ ਇਹ ਸਹੂਲਤਾਂ ਘਾਟ ਹੈ, ਪਰ ਹੁਣ ਕਾਫੀ ਹੱਦ ਤੱਕ ਇਹ ਸੋਲਵ ਹੋ ਗਿਆ। ਪੰਪ ਸੈਂਟ ਜਗ੍ਹਾ ਤੇ ਲੱਗੇ ਨੇ, ਮੋਟਰ ਲੱਗੇ ਨੇ ਜਿਹਦੇ ਨਾਲ ਇਹ ਸਿੰਜਾਈ, ਪਰ ਹਲੇ ਵੀ ਇਹਦੇ ਨਾਲ ਜਿਹੜੇ ਸਿੰਜਾਈ ਦੇ ਨਵੇਂ ਤਰੀਕੇ ਕੱਢੇ ਗਏ ਤਾਂ ਜੋ ਨਾ ਪਾਣੀ ਨੂੰ ਵੇਸਟ ਨਾ ਕੀਤਾ ਜਾ ਸਕੇ, ਔਰ ਜੋ ਪਾਣੀ ਹੈ ਉਹ ਸਿੱਧਾ ਹੀ ਪਲਾਂਟਸ ਦੇ ਰੂਟ ਦੇ ਵਿੱਚ ਜਾ ਕੇ ਪਵੇ ਤੇ ਇਹਦੇ ਨਾਲ ਪਲਾਂਟਸ ਦਾ ਵੀ ਬੈਨੀਫਿਟ ਹੋਊਗਾ ਔਰ ਪਾਣੀ ਵੀ ਬਚੇਗਾ। ਠੀਕ ਹੈ ਜੀ। ਪੁਰਾਣੇ ਖੇਤੀ ਔਜ਼ਾਰ ਜਿਹੜੇ ਕਿਸਾਨ ਨੇ ਉਹ ਕੀ ਨੇ, ਜਿਹੜੇ ਪੁਰਾਣੇ ਔਜ਼ਾਰ ਨੇ ਖੇਤੀਬਾੜੀ ਦੇ, ਖੁਰਪੀ, ਕੁਦਾਰੀ ਵਗੈਰਾ ਇਹਦਾ ਯੂਜ਼ ਕਰਦੇ ਹੁੰਦੇ ਸੀਗੇ। ਠੀਕ ਹੈ। ਤਾਂ ਹੁਣ ਨਵੇਂ ਕੀ ਹੋਏ, ਹੁਣ ਟਰੈਕਟਰ ਆ ਗਏ ਨਾ, ਪਹਿਲਾਂ ਤਾਂ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ। ਠੀਕ ਹੈ। ਇਹ ਪਿਛੜੇਪਨ ਦਾ ਕਾਰਨ ਹੈ। ਖੇਤੀ ਦੇ ਪੁਰਾਣੇ ਤਰੀਕੇ ਅਪਣਾਏ ਜਾਂਦੇ ਹੁੰਦੇ ਸੀਗੇ। ਉન્નਤ ਬੀਜਾਂ ਦੀ ਘਾਟ ਹੁੰਦੀ ਸੀ, ਕਿਉਂਕਿ ਕਿਸਾਨਾਂ ਨੂੰ ਉન્નਤ ਬੀਜ ਨਹੀਂ ਮਿਲਦੇ ਸੀ, ਕਿਉਂਕਿ ਜੇ ਅਗਰ ਉન્નਤ ਬੀਜ ਨਹੀਂ ਮਿਲਣਗੇ ਤਾਂ ਪੈਦਾਵਾਰ ਦੀ ਤਾਂ ਜ਼ਿਆਦਾ ਵਧੀਆ ਪੈਦਾਵਾਰ ਦੀ ਤਾਂ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ। ਠੀਕ ਹੈ ਜੀ। ਖਾਦ ਦੀ ਘਾਟ ਸੀਗੀ। ਦੋਸ਼ਪੂਰਨ ਵਿਕਰੀ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਸੀ, ਕਿਸਾਨਾਂ ਨੂੰ ਠੱਗਿਆ ਜਾਂਦਾ ਸੀ, ਉਹਨਾਂ ਨੂੰ ਆਪਣੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲਦਾ ਸੀਗਾ। ਠੀਕ ਹੈ।
ਉਹਨਾਂ ਨੂੰ ਮਜਬੂਰ ਹੋ ਕੇ ਪਿੰਡ ਦੇ ਜਿਹੜੇ ਜ਼ਿੰਮੇਦਾਰ ਹੁੰਦੇ ਸੀ ਉਹਨਾਂ ਨੂੰ ਹੀ ਫਸਲ ਵੇਚਣੀ ਪੈਂਦੀ ਹੁੰਦੀ ਸੀ। ਫਸਲਾਂ ਦੀਆਂ ਬਿਮਾਰੀਆਂ ਤੇ ਟਿੱਡਿਆਂ ਦਾ ਹਮਲਾ, ਹੁਣ ਉਸ ਸਮੇਂ ਜਿਹੜੇ ਸੀਗੇ ਹਲੇ ਜਿਹੜੇ ਕੀਟਨਾਸ਼ਕ ਦਵਾਈਆਂ ਦਾ ਹਲੇ ਸਰਚ ਨਹੀਂ ਹੋਇਆ ਸੀਗਾ, ਤਦ ਉਹ ਫਸਲਾਂ ਨੂੰ ਕਾਫੀ ਹੱਦ ਤੱਕ ਤਾਂ ਕੀੜੇ ਮਕੌੜੇ ਟਿੱਡੇ ਆਦਿ ਖਰਾਬ ਕਰ ਦਿੰਦੇ ਸੀ। ਠੀਕ ਹੈ, ਤਾਂ ਕਰਕੇ ਪੈਦਾਵਾਰ ਘਟ ਜਾਂਦੀ ਸੀ। ਠੀਕ ਹੈ, ਵਧੀਆ ਨਹੀਂ ਹੁੰਦੀ ਸੀ। ਸਾਖ ਸਹੂਲਤਾਂ ਦੀ ਘਾਟ ਸੀ, ਔਰ ਪਤਾ ਹੀ ਹੈ ਕਿ ਜਿਹੜੇ ਭਾਰਤ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਕਿਨੇ ਜ਼ਿਆਦਾਤਰ ਗਰੀਬ ਹੀ ਨੇ। ਤਾਂ ਹੁਣ ਗਰੀਬ ਦੇ ਕਾਰਨ ਕੀ ਹੈ, ਖੇਤੀਬਾੜੀ ਦਾ ਵਿਕਾਸ ਵੀ ਨਹੀਂ ਹੋ ਸਕਦਾ, ਕਿਉਂਕਿ ਉਹ ਖੇਤੀਬਾੜੀ ਦੇ ਸੁਧਾਰ ਲਈ ਕੀ ਕਰਨਗੇ, ਆਪਣਾ ਕੋਈ ਯੋਗਦਾਨ ਨਹੀਂ ਦੇ ਪਾਣਗੇ। ਠੀਕ ਹੈ ਜੀ, ਤਾਂ ਉਹਨਾਂ ਨੂੰ ਸਹੂਲਤਾਂ ਨਹੀਂ ਮਿਲਦੀ ਸੀ, ਪੈਸੇ ਪੂਸੇ ਦਾ ਪ੍ਰਬੰਧ ਨਹੀਂ ਹੁੰਦਾ ਸੀਗਾ। ਠੀਕ ਹੈ, ਉਸ ਸਮੇਂ ਬੈਂਕ ਵਗੈਰਾ ਨਹੀਂ ਹੁੰਦੇ ਸੀਗੇ ਤੇ ਉਹਨਾਂ ਨੂੰ ਕਰਜ਼ੇ ਕਿਤੋਂ ਲੈਣੇ ਪੈਂਦੇ ਹੁੰਦੇ ਸੀਗੇ, ਜ਼ਿੰਮੇਦਾਰਾਂ ਤੋਂ। ਤੇ ਜ਼ਿੰਮੇਦਾਰ ਕੀ ਕਰਦੇ ਹੁੰਦੇ ਸੀ, ਜ਼ਿਆਦਾ ਇੰਟਰਸਟ ਲੈਂਦੇ ਹੁੰਦੇ ਸੀ, ਵਿਆਜ ਲੈਂਦੇ ਹੁੰਦੇ ਸੀ ਜ਼ਿਆਦਾ। ਠੀਕ ਹੈ ਜੀ, ਥਰਡ ਕੁਐਸਚਨ ਕੀ ਹੈ, ਭਾਰਤੀ ਖੇਤੀ ਦੇ ਵਿਕਾਸ ਵਿੱਚ ਸਰਕਾਰ ਨੇ ਕੀ ਯੋਗਦਾਨ ਦਿੱਤਾ ਗਾ। ਖੇਤੀ ਦੇ ਵਿਕਾਸ ਵਿੱਚ ਭਾਰਤੀ ਸਰਕਾਰ ਨੇ ਹੇਠ ਲਿਖੇ ਯੋਗਦਾਨ ਦਿੱਤਾ ਆ। ਸਭ ਤੋਂ ਪਹਿਲਾ ਫਰਸਟ ਪੁਆਇੰਟ ਕੀ ਹੈ, ਭੂਮੀ ਸੁਧਾਰ ਕੀਤਾ ਆ। ਭੂਮੀ ਸੁਧਾਰਾਂ ਦਾ ਖੇਤੀ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਰਿਹਾ ਹੈ। ਆਜ਼ਾਦੀ ਪਿੱਛੋਂ ਸਰਕਾਰ ਨੇ ਭੂਮੀ ਸੁਧਾਰ ਸੰਬੰਧੀ ਕਈ ਮਹੱਤਵਪੂਰਨ ਕੰਮ ਕੀਤੇ ਹਨ, ਜਿਵੇਂ ਕਿ ਜ਼ਿੰਮੇਦਾਰੀ ਪ੍ਰਥਾ ਨੂੰ ਖਤਮ ਕੀਤਾ ਹੈ, ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ ਕੀਤਾ ਹੈ, ਭੂਮੀ ਦੀ ਜੋਤਾਂ ਉੱਪਰ ਉੱਚਤਮ ਸੀਮਾ ਨੇ, ਜੋ ਆਪਾਂ ਨੇ ਪਹਿਲਾ ਪੁਆਇੰਟ ਪੜਿਆ ਨਾ ਸ਼ਾਰਟ ਕੁਐਸਚਨ ਦੇ ਵਿੱਚ, ਉਹੀ ਪੁਆਇੰਟ ਹੈ ਕਿ ਸਰਕਾਰ ਨੇ ਕੀ ਸੁਧਾਰ ਕੀਤੇ ਨੇ। ਠੀਕ ਹੈ ਜੀ, ਨੈਕਸਟ ਕੀ ਹੈ, ਸਿੰਜਾਈ ਦੀ ਵਿਵਸਥਾ ਕੀਤੀ ਹੈ। 1951 ਦੇ ਵਿੱਚ 17% ਜ਼ਮੀਨ ਉੱਤੇ ਸਿੰਜਾਈ ਦੀ ਵਿਵਸਥਾ ਸੀਗੀ, ਫਿਰ ਉਸ ਤੋਂ ਬਾਅਦ ਇਹ ਕਿੰਨੀ ਵੱਧ ਕੇ ਹੋ ਗਈ, 42%। ਠੀਕ ਹੈ ਜੀ, ਵਿਤਰਣ ਪ੍ਰਣਾਲੀ ਦੇ ਵਿੱਚ ਸੁਧਾਰ ਕੀਤਾ ਹੈ, ਖੇਤੀ ਸੰਬੰਧੀ ਖੋਜ ਅਤੇ ਵਿਕਾਸ ਕੀਤੇ ਹਨ, ਖੇਤੀ ਯੋਗ ਜ਼ਮੀਨ ਦਾ ਵਿਕਾਸ ਕੀਤਾ ਹੈ, ਖੇਤੀ ਵਪਾਰ ਵਿੱਚ ਸੁਧਾਰ ਕੀਤਾ ਹੈ, ਸਾਖ ਸਹੂਲਤਾਂ ਦਾ ਵਿਸਤਾਰ ਕੀਤਾ ਹੈ। ਠੀਕ ਹੈ ਜੀ, ਇਹ ਸਾਰੇ ਜੋ ਰੋਲਸ ਨੇ ਗਵਰਨਮੈਂਟ ਦੇ ਇਹ ਨੇ ਜੋ ਖੇਤੀਬਾੜੀ ਦੇ ਵਿਕਾਸ ਲਈ, ਇਹ ਸਾਰੇ ਪੁਆਇੰਟਸ ਨੂੰ ਆਪਾਂ ਨੇ ਚੈਪਟਰ ਦੇ ਵਿੱਚ ਵੀ ਡਿਸਕਸ ਕੀਤੇ ਨੇ, ਔਰ ਇੰਨਾ ਜ਼ਿਆਦਾ ਇਹ ਟਫ ਨਹੀਂ ਹੈ ਔਰ ਈਜ਼ੀਲੀ ਤੁਹਾਨੂੰ ਇਹ ਯਾਦ ਵੀ ਹੋ ਸਕਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਪੜ੍ਹਦੇ ਹਾਂ ਆਪਾਂ, ਹਰੀ ਕ੍ਰਾਂਤੀ ਤੋਂ ਤੁਸੀਂ ਕੀ ਸਮਝਦੇ ਹੋ, ਹਰੀ ਕ੍ਰਾਂਤੀ ਦੇ ਮੁੱਖ ਪ੍ਰਭਾਵ ਕੀ ਨੇ, ਇਹਦੇ ਕੀ ਇਫੈਕਟ ਪਏ ਨੇ ਹਰੀ ਕ੍ਰਾਂਤੀ ਦੇ। ਤਾਂ ਜਿਵੇਂ ਤੁਹਾਨੂੰ ਪਤਾ ਹੈ ਜਿਹੜੀ ਹਰੀ ਕ੍ਰਾਂਤੀ ਹੈ ਇਹ ਕਦੋਂ ਸ਼ੁਰੂ ਹੋਈ ਤੇ ਇਹਦਾ ਕੀ ਪ੍ਰਭਾਵ ਪਿਆ ਖੇਤੀਬਾੜੀ ਦੇ। ਠੀਕ ਹੈ, ਹਰੀ ਕ੍ਰਾਂਤੀ ਸ਼ਬਦ ਦੀ ਵਰਤੋਂ ਖੇਤੀ ਦੇ ਲਈ ਕੀਤੀ ਜਾਂਦੀ ਹੈ। ਹੁਣ ਹਰੀ ਕ੍ਰਾਂਤੀ, ਠੀਕ ਹੈ ਜੀ, ਇਹਦੇ ਲਈ ਪ੍ਰਯੋਗ ਕੀਤੀ, ਕਿਹਦੇ ਲਈ ਪ੍ਰਯੋਗ ਕੀਤੀ ਜਾਂਦੀ ਹੈ, ਖੇਤੀਬਾੜੀ। ਕਿਵੇਂ, ਹਰੀ ਮਤਲਬ ਜੋ ਅਨਾਜ ਪੈਦਾਵਾਰ ਹੁੰਦੀ ਹੈ। ਠੀਕ ਹੈ ਜੀ, ਕ੍ਰਾਂਤੀ ਮਤਲਬ ਇੱਕਦਮ ਹੀ ਆਪਣੀ ਉਮੀਦ ਤੋਂ ਵੀ ਜ਼ਿਆਦਾ ਉਹ ਹੋ ਗਈ ਸੀਗੀ, ਪ੍ਰੋਡਕਸ਼ਨ ਹੋ ਗਈ ਸੀਗੀ। ਠੀਕ ਹੈ, ਤਾਂ ਇੱਕ ਤਰ੍ਹਾਂ ਨਾਲ ਕ੍ਰਾਂਤੀ ਦੀ ਤਰ੍ਹਾਂ ਆਇਆ ਸੀਗਾ, ਤਾਂ ਕਰਕੇ ਇਹਦਾ ਨਾਮ ਪੈ ਗਿਆ ਹਰੀ ਕ੍ਰਾਂਤੀ। ਠੀਕ ਹੈ ਜੀ, ਭਾਰਤ ਵਿੱਚ ਪਹਿਲੀ 3 ਯੋਜਨਾਵਾਂ ਦੀ ਮਿਆਦ ਵਿੱਚ ਅਪਣਾਏ ਗਏ ਖੇਤੀ ਸੁਧਾਰ, ਜਿਹੜੀ ਯੋਜਨਾਵਾਂ ਬਣਾਈਆਂ ਗਈਆਂ ਸੀ 5 ਸਾਲਾਂ ਤੋਂ, ਉਹਦੇ ਵਿੱਚ ਪਹਿਲੀਆਂ 3 ਯੋਜਨਾਵਾਂ ਦੇ ਦੌਰਾਨ ਦੇਖਿਆ ਗਿਆ ਸੀਗਾ ਕਿ ਜਿਹੜੇ ਆਪਾਂ ਨੇ ਸੁਧਾਰ ਯੂਜ਼ ਕੀਤੇ ਨੇ ਖੇਤੀਬਾੜੀ ਦੇ ਲਈ, ਤਾਂ 1967-68 ਦੇ ਵਿੱਚ ਅਨਾਜ ਦੀ ਪੈਦਾਵਾਰ ਕੀ ਹੋ ਗਈ, ਵੱਧ ਗਈ। ਠੀਕ ਹੈ ਜੀ, ਜਿਵੇਂ ਕਣਕ ਅਤੇ ਚਾਵਲ ਦਾ ਵੱਧ ਗਿਆ। 66-67 ਦੇ ਵਿੱਚ ਇਹ ਕਿੰਨਾ ਸੀ, 25% ਦਾ ਵਾਧਾ ਹੋਇਆ ਸੀ। ਕਿਸੇ ਸਾਲ ਦੇ ਵਿੱਚ ਇਹ ਅਨਾਜ ਉਤਪਾਦਨ ਵਿੱਚ ਇੰਨਾ ਵਧੇਰੇ ਵਾਧਾ ਹੋਣਾ ਕ੍ਰਾਂਤੀ ਦੇ ਬਰਾਬਰ ਸੀਗਾ। ਯਾਨੀ ਜਿਹੜਾ ਪਹਿਲਾਂ ਦਾ ਡਾਟਾ ਦੇਖਿਆ ਗਿਆ ਸੀਗਾ ਤਾਂ ਉਹਦੇ ਮੁਕਾਬਲੇ 25% ਜ਼ਿਆਦਾ ਪੈਦਾਵਾਰ ਵਧੀ ਸੀਗੀ, ਤਾਂ ਕਰਕੇ ਇੱਕ ਕ੍ਰਾਂਤੀ ਦੀ ਤਰ੍ਹਾਂ ਸੀਗਾ ਇਹ। ਠੀਕ ਹੈ ਜੀ, ਇਸ ਲਈ ਅਰਥਸ਼ਾਸਤਰੀਆਂ ਨੇ ਇਸ ਅਨਾਜ ਦੇ ਉਤਪਾਦਨ ਵਿੱਚ ਹੋਣ ਵਾਲੇ ਵਾਧੇ ਨੂੰ ਹੀ ਹਰੀ ਕ੍ਰਾਂਤੀ ਦਾ ਨਾਂ ਦੇ ਦਿੱਤਾ। ਠੀਕ ਹੈ, ਇਹ ਤਾਂ ਸੀਗਾ ਆਪਾਂ ਨੇ ਇਹਦਾ ਹਰੀ ਕ੍ਰਾਂਤੀ ਤੋਂ ਕੀ ਸਮਝਦੇ ਹੋ, ਇਹਦਾ ਮਤਲਬ ਕੀ ਹੈ, ਅਰਥ ਕੀ ਹੈ। ਠੀਕ ਹੈ ਜੀ, ਹੁਣ ਆਪਾਂ ਜੋ ਇਹਦੇ ਮੁੱਖ ਪ੍ਰਭਾਵ ਨੇ ਉਹ ਡਿਸਕਸ ਕਰਦੇ। ਹਰੀ ਕ੍ਰਾਂਤੀ ਦੇ ਮੁੱਖ ਪ੍ਰਭਾਵ, ਖਾਸ ਸਮੱਸਿਆ ਦਾ ਹੱਲ ਹੋ ਗਿਆ। ਹਰੀ ਕ੍ਰਾਂਤੀ ਦੇ ਫਲਸਰੂਪ ਅਨਾਜਾਂ ਦੇ ਉਤਪਾਦਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਅਸਲ ਦੇ ਵਿੱਚ ਹਰੀ ਕ੍ਰਾਂਤੀ ਕਾਫੀ ਹੱਦ ਤੱਕ ਖਾਸ ਸਮੱਸਿਆ ਦੇ ਹੱਲ ਵਿੱਚ ਸਹਾਇਕ ਸਿੱਧ ਹੋਈ। ਹਰੀ ਕ੍ਰਾਂਤੀ ਆਉਣ ਦੇ ਨਾਲ ਕੀ ਹੋਇਆ, ਜਿਹੜੀ ਖਾਦ ਦੀ ਸਮੱਸਿਆ ਸੀ ਉਹ ਕਾਫੀ ਹੱਦ ਤੱਕ ਕੀ ਹੋ ਗਈ, ਸੋਲਵ ਹੋ ਗਈ। ਉਦਯੋਗਾਂ ਦਾ ਵਿਕਾਸ ਹੋਇਆ, ਕਿਉਂਕਿ ਆਪਾਂ ਨੂੰ ਪਤਾ ਜੇ ਖੇਤੀ ਦਾ ਵਿਕਾਸ ਹੋਊਗਾ ਤਾਂ ਉਦਯੋਗਾਂ ਦਾ ਵੀ ਵਿਕਾਸ ਹੋਊਗਾ, ਕਿਉਂਕਿ ਖੇਤੀ ਔਰ ਉਦਯੋਗ ਦੋਨੇ ਕੀ ਨੇ, ਆਪਸ ਦੇ ਵਿੱਚ ਜੁਆਇੰਟ ਨੇ। ਅਗਰ ਜੇ ਇੱਕ ਦਾ ਵਿਕਾਸ ਹੋ ਤਾਂ ਦੂਸਰੇ ਦਾ ਵੀ ਵਿਕਾਸ ਹੋਊਗਾ। ਕਿਉਂਕਿ ਖੇਤੀ ਤੋਂ ਹੀ ਆਪਾਂ ਨੂੰ ਕੀ ਮਿਲਦਾ, ਕੱਚਾ ਮਾਲ ਮਿਲਦਾ ਗਾ। ਔਰ ਦੂਸਰਾ ਕੀ ਹੁੰਦਾ ਗਾ, ਖੇਤੀਬਾੜੀ ਦੇ ਲਈ ਜੋ ਆਪਾਂ ਯੂਜ਼ ਕਰਦੇ ਹਾਂ ਔਜ਼ਾਰ, ਠੀਕ ਹੈ ਜੀ, ਇੰਸਟਰੂਮੈਂਟ ਜੋ ਯੂਜ਼ ਕਰਦੇ ਆ ਉਹ ਕੀ ਕਰਦੇ ਨੇ, ਉਦਯੋਗਾਂ ਦੇ ਵਿੱਚ ਹੀ ਬਣਦੇ ਨੇ। ਫਿਰ ਉਹ ਬਣ ਕੇ ਫਿਰ ਕੀ ਯੂਜ਼, ਫਿਰ ਉਹਨੂੰ ਕਿੱਥੇ ਯੂਜ਼ ਕੀਤਾ ਜਾਂਦਾ, ਖੇਤੀਬਾੜੀ ਦੇ ਵਿੱਚ ਯੂਜ਼ ਕੀਤਾ ਜਾਂਦਾ। ਤਾਂ ਇਸ ਤਰੀਕੇ ਨਾਲ ਕੀ ਆ, ਉਦਯੋਗਾਂ ਦੇ ਵਿੱਚ ਵੀ ਲੋਕਾਂ ਨੂੰ ਰੁਜ਼ਗਾਰ ਮਿਲਦਾ ਗਾ ਖੇਤੀਬਾੜੀ ਦੇ ਕਾਰਨ। ਠੀਕ ਹੈ ਜੀ, ਫਲਸਰੂਪ ਸਾਡੇ ਉਦਯੋਗਾਂ ਦੇ ਵਿਕਾਸ ਉੱਤੇ ਕਾਫੀ ਉਚਿਤ ਪ੍ਰਭਾਵ ਪਾਇਆ ਹੈ। ਰਸਾਇਣਿਕ ਖਾਦ, ਟਰੈਕਟਰਾਂ ਅਤੇ ਡੀਜ਼ਲ ਇੰਜਨ ਆਦਿ ਕਾਰਖਾਨਿਆਂ ਦੀ ਸਥਾਪਨਾ ਵਿੱਚ ਵਾਧਾ ਹੋਇਆਗਾ। ਠੀਕ ਹੈ ਜੀ, ਕਿਸਾਨਾਂ ਦੀ ਖੁਸ਼ਹਾਲੀ, ਹਰੀ ਕ੍ਰਾਂਤੀ ਦੇ ਕਾਰਨ ਕਿਸਾਨਾਂ ਦੀ ਅਵਸਥਾ ਦੇ ਵਿੱਚ ਕਾਫੀ ਸੁਧਾਰ ਹੋਇਆ। ਉਹਨਾਂ ਦਾ ਜੀਵਨ ਪੱਧਰ ਪਹਿਲਾਂ ਤੋਂ ਕਾਫੀ ਜ਼ਿਆਦਾ ਸੁਧਰ ਗਿਆ।
ਵਿਚਾਰਧਾਰਾ ਦੇ ਵਿੱਚ ਪਰਿਵਰਤਨ। ਹੁਣ ਕਿਸਾਨਾਂ ਦੀ ਪਹਿਲਾਂ ਜਿਹੜੇ ਕਿਸਾਨ ਸੀ ਉਹ ਅੰਧ ਵਿਸ਼ਵਾਸੀ ਸੀ, ਕਿਉਂਕਿ ਉਹ ਅਨਪੜ੍ਹ ਸੀਗੇ। ਉਹ ਕੁਦਰਤ ਦੇ ਵਿੱਚ ਵਿਸ਼ਵਾਸ ਰੱਖਦੇ ਹੁੰਦੇ ਸੀਗੇ ਕਿ ਸਿੰਜਾਈ ਜੇ ਬਾਰਿਸ਼ ਨਹੀਂ ਹੋਈ ਜਾਂ ਫਿਰ ਫਸਲ ਨਹੀਂ ਹੋਈ ਤਾਂ ਉਹ ਮਤਲਬ ਕੁਝ ਹੋਰ ਹੀ ਅੰਧ ਵਿਸ਼ਵਾਸ ਦੇ ਵਿੱਚ ਫਸੇ ਰਹਿੰਦੇ ਸੀਗੇ। ਠੀਕ ਹੈ, ਤਾਂ ਉਹਨਾਂ ਦੀ ਇਹ ਜਿਹੜੀ ਗਲਤਫਹਿਮੀ ਸੀ ਉਹ ਬਾਅਦ ਚ ਦੂਰ ਹੋ ਗਈ ਜਦੋਂ ਹਰੀ ਕ੍ਰਾਂਤੀ ਆਈ। ਤਾਂ ਹਰੀ ਕ੍ਰਾਂਤੀ ਨੇ ਭਾਰਤੀ ਪਿੰਡਾਂ ਵਿੱਚ ਵਿਚਾਰਾਂ ਦੀ ਕ੍ਰਾਂਤੀ ਪੈਦਾ ਕਰ ਦਿੱਤੀ। ਹੁਣ ਪੇਂਡੂ ਲੋਕ ਸਮਝ ਗਏ ਕਿ ਵਿਗਿਆਨਿਕ ਸਹਾਇਤਾ ਨਾਲ ਉਹ ਖੇਤੀ ਨੂੰ ਕਰਕੇ ਕੀ ਕਰ ਸਕਦੇ ਆ, ਆਪਣੀ ਬਦਕਿਸਮਤੀ ਨੂੰ ਖੁਸ਼ਕਿਸਮਤੀ ਦੇ ਵਿੱਚ ਕੀ ਕਰ ਸਕਦੇ ਨੇ, ਬਦਲ ਸਕਦੇ ਆ। ਯਾਨੀ ਕਿ ਆਪਣੇ ਜੋ ਬੈਡ ਫਿਊਚਰ ਨੂੰ ਹੈ ਉਹ ਆਪਣੇ ਗੁੱਡ ਫਿਊਚਰ ਦੇ ਵਿੱਚ ਕੀ ਕਰ ਸਕਦੇ ਨੇ, ਕਨਵਰਟ ਕਰ ਸਕਦੇ ਨੇ। ਠੀਕ ਹੈ ਜੀ, ਜੇ ਉਹ ਵਿਗਿਆਨਿਕ ਤਰੀਕੇ ਨਾਲ ਖੇਤੀ ਕਰਨ ਦਾ। ਹਰੀ ਕ੍ਰਾਂਤੀ ਦੀ ਸਫਲਤਾ ਲਈ ਮੁੱਖ ਤੱਤਾਂ ਬਾਰੇ ਲਿਖੋ। ਠੀਕ ਹੈ ਜੀ, ਹਰੀ ਕ੍ਰਾਂਤੀ ਦੇ ਕਿਹੜੇ ਤੱਤ ਸੀਗੇ, ਯਾਨੀ ਕਿਵੇਂ ਹਰੀ ਕ੍ਰਾਂਤੀ ਦੇ ਲਈ ਮਤਲਬ ਕਿਹੜੇ ਤੱਤ ਜ਼ਿੰਮੇਵਾਰ ਸੀ, ਕਿਵੇਂ ਹਰੀ ਕ੍ਰਾਂਤੀ ਦੇ ਵਿੱਚ ਫਸਲਾਂ ਦੇ ਵਿੱਚ ਵਾਧਾ ਹੋਇਆ ਸੀਗਾ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਉન્નਤ ਬੀਜ ਯੂਜ਼ ਕੀਤੇ ਸੀਗੇ। ਠੀਕ ਹੈ, ਉન્નਤ ਬੀਜ ਦੇ ਕਾਰਨ ਕੀ ਹੋਇਆ, ਫਸਲਾਂ ਦੀ ਪੈਦਾਵਾਰ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਇਹ ਵਰਤੋਂ 1966 ਦੇ ਵਿੱਚ ਕੀਤੀ ਗਈ ਸੀਗੀ ਉન્નਤ ਬੀਜਾਂ ਦੀ। ਠੀਕ ਹੈ ਜੀ, ਰਸਾਇਣਿਕ ਖਾਦਾਂ ਦੀ ਵੀ ਵਰਤੋਂ ਕੀਤੀ ਗਈ। ਜਦੋਂ ਹਰੀ ਕ੍ਰਾਂਤੀ ਦਾ ਦੌਰ ਸ਼ੁਰੂ ਹੋਇਆ ਸੀਗਾ ਉਸ ਸਮੇਂ ਰਸਾਇਣਿਕ ਖਾਦ ਦੀ ਵੀ ਜ਼ਿਆਦਾ ਵਰਤੋਂ ਕੀਤੀ ਗਈ ਸੀਗੀ। ਤਾਂ ਰਸਾਇਣਿਕ ਖਾਦ ਨੇ ਕੀ ਕੀਤਾ, ਪੈਦਾਵਾਰ ਨੂੰ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ। 67-68 ਦੇ ਵਿੱਚ 11 ਲੱਖ ਟਨ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਫਿਰ ਉਸ ਤੋਂ ਬਾਅਦ ਇਹਦੀ ਵੱਧ ਕੇ ਕੀ ਹੋ ਗਈ, ਮਾਤਰਾ ਕਿੰਨੀ ਹੋ ਗਈ, 17-18 ਦੇ ਵਿੱਚ 255.76 ਲੱਖ ਟਨ ਹੋ ਗਈ। ਯਾਨੀ ਦੇਖੋ ਕਿੱਥੇ 11 ਲੱਖ ਟਨ, ਕਿੱਥੇ 255.76 ਲੱਖ ਟਨ। ਠੀਕ ਹੈ ਜੀ, ਮਤਲਬ ਕਾਫੀ ਜ਼ਿਆਦਾ ਵੱਧ ਗਿਆ ਰਸਾਇਣਿਕ ਖਾਦਾਂ ਦਾ ਯੂਜ਼। ਵਧੇਰੇ ਸਿੰਜਾਈ ਕੀਤੀ ਗਈ ਸੀਗੀ। ਭੂਮੀ ਨੂੰ ਅੱਛੇ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਅਲੱਗ-ਅਲੱਗ ਮੈਥਡ ਦੁਆਰਾ ਪਾਣੀ ਪਹੁੰਚਾਏ ਗਏ ਸੀਗੇ। ਔਰ ਜਿਹੜੀ ਆਪਾਂ ਵਰਖਾ ਦੇ ਉੱਤੇ ਡਿਪੈਂਡ ਰਹਿੰਦੇ ਹੁੰਦੇ ਸੀਗੇ ਉਹ ਹੁਣ ਉਹਦੇ ਉੱਤੇ ਨਾ ਡਿਪੈਂਡ ਰਹਿ ਕੇ ਆਪਾਂ ਕੀ ਕਰਨ ਲੱਗੇ, ਖੁਦ ਜਿਹੜੇ ਪੰਪ ਸੈਂਟ ਨੇ ਉਹਦੇ ਦੁਆਰਾ ਜਾਂ ਮੋਟਰਾਂ ਦੁਆਰਾ ਸਿੰਜਾਈ ਕਰਨ ਲੱਗੇ, ਜਿਸ ਦੇ ਕਾਰਨ ਜਿਹੜੀ ਫਸਲਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਸੀ ਉਹ ਕੀ ਹੋ ਗਈ, ਹੁਣ ਸਮੱਸਿਆ ਉਹ ਸੋਲਵ ਹੋ ਗਈ। ਤਾਂ ਵਧੇਰੇ ਸਿੰਜਾਈ ਕਰਨ ਨਾਲ ਵੀ ਕੀ ਹੋਇਆ, ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਇਆ। ਆਧੁਨਿਕ ਖੇਤੀ ਔਜ਼ਾਰਾਂ ਦੀ ਵਰਤੋਂ ਕੀਤੀ ਗਈ। ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਖੇਤੀਬਾੜੀ ਦੇ ਵਿਕਾਸ ਲਈ ਯੋਜਨਾਵਾਂ ਬਣਾਈ ਗਈਆਂ ਸੀਗੀਆਂ, ਤਾਂ ਉਹਦੇ ਵਿੱਚ ਆਪਾਂ ਨੇ ਨਵੇਂ ਔਜ਼ਾਰ ਯੂਜ਼ ਕੀਤੇ ਸੀ, ਜਿਵੇਂ ਟਰੈਕਟਰ, ਟਿਊਬਵੈਲਾਂ, ਡੀਜ਼ਲ ਇੰਜਣਾਂ ਆਦਿ ਵਰਤੋਂ ਕੀਤੀ ਗਈ ਸੀਗੀ। ਤਾਂ ਇਹਨਾਂ ਨੇ ਵੀ ਹਰੀ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਵਿਕਰੀ ਸੰਬੰਧੀ ਸਹੂਲਤਾਂ, ਹੁਣ ਜਿਵੇਂ ਪਤਾ ਹੁਣ ਫਸਲਾਂ ਤਾਂ ਚਲੋ ਪੈਦਾ ਕੋਈ ਵੀ ਕਰ ਲੂਗਾ, ਠੀਕ ਹੈ ਜੀ, ਚਲੋ ਕਰ ਲੈਂਦਾ ਗਾ। ਫਿਰ ਬਾਅਦ 'ਚ ਅਗਰ ਜੇ ਉਹਨੂੰ ਅੱਛੇ ਤਰੀਕੇ ਨਾਲ ਨਾ ਵੇਚਿਆ ਜਾਵੇ, ਅੱਛੀ ਤਰੀਕੇ ਨਾਲ ਨਾ ਉਹਨੂੰ ਉਹਦਾ ਹੱਕ ਮਿਲੇ ਕਿਸਾਨ ਨੂੰ, ਤਾਂ ਉਹ ਅੱਗੇ ਤੋਂ ਖੇਤੀ ਵੱਲ ਇੰਨਾ ਜ਼ਿਆਦਾ ਧਿਆਨ ਵੀ ਨਹੀਂ ਦੇਊਗਾ। ਤੇ ਇਹਦੇ ਲਈ ਇੱਕ ਸੁਧਾਰ ਕੀਤਾ ਗਿਆ ਖੇਤੀਬਾੜੀ ਦੀ ਵਿਕਰੀ ਦੇ ਲਈ। ਕਿਸਾਨਾਂ ਨੂੰ ਪਹਿਲਾਂ ਆਪਣੇ ਉਤਪਾਦਨ ਦੀ ਉਚਿਤ ਕੀਮਤ ਨਹੀਂ ਮਿਲਦੀ ਹੁੰਦੀ ਸੀਗੀ। ਠੀਕ ਹੈ, ਉਹ ਆਪਣਾ ਕੀ ਕਰਦੇ ਹੁੰਦੇ ਸੀ, ਕਰਜ਼ੇ ਵਿੱਚ ਡੁੱਬੇ ਹੋਣ ਕਰਕੇ ਕੀ ਕਰਦੇ ਸੀ, ਆਪਣੀ ਫਸਲ ਨੂੰ ਕਿਹਦੇ ਕੋਲ ਰੱਖ ਦਿੰਦੇ ਹੁੰਦੇ ਸੀਗੇ, ਜ਼ਿੰਮੇਦਾਰ ਕੋਲ। ਠੀਕ ਹੈ ਜੀ, ਉਹਨਾਂ ਨੂੰ ਵੇਚ ਦਿੰਦੇ ਹੁੰਦੇ ਸੀਗੇ। ਪਰ ਇਹ ਸਰਕਾਰ ਨੇ ਕੀ ਕੀਤਾ, ਇਹ ਜ਼ਿੰਮੇਦਾਰੀ ਪ੍ਰਥਾ ਨੂੰ ਖਤਮ ਕਰਕੇ, ਠੀਕ ਹੈ, ਫਿਰ ਕਿਸਾਨਾਂ ਦੀ ਹਾਲਤ ਨੂੰ ਸੁਧਾਰ ਕੀਤਾ ਤੇ ਵਿਕਰੀ ਸੰਬੰਧੀ ਨਵੇਂ ਸੁਧਾਰ ਕੀਤੇ। ਅਜਿਹੇ ਬਾਜ਼ਾਰ ਸਥਾਪਿਤ ਕੀਤੇ ਜਿੱਥੇ ਕਿਸਾਨ ਕੀ ਕਰ ਸਕਦੇ ਸੀਗੇ, ਆਪਣੀ ਫਸਲਾਂ ਨੂੰ ਵੇਚ ਕੇ ਉਚਿਤ ਮੁੱਲ ਪ੍ਰਾਪਤ ਕਰ ਲੈਂਦੇ ਹੁੰਦੇ ਸੀ। ਜਾਂ ਸਰਕਾਰ ਕਈ ਵਾਰ ਕੀ ਕਰਦੇ, ਇੱਕ ਨਿਊਨਤਮ ਮੁੱਲ ਨਿਰਧਾਰਿਤ ਕਰਕੇ ਫਸਲਾਂ ਨੂੰ ਖਰੀਦ ਲੈਂਦੀ ਹੁੰਦੀ ਆ। ਠੀਕ ਹੈ ਜੀ, ਇਸੇ ਕਾਰਨ ਖੇਤੀ ਦੇ ਵਿਕਾਸ ਦੇ ਵਿੱਚ ਵਧੇਰੇ ਖਰਚ ਨਹੀਂ ਕਰ ਸਕਦਾ ਸੀਗਾ। ਕਿਸਾਨਾਂ ਦੀ ਉਚਿਤ ਕੀਮਤ ਨਹੀਂ ਮਿਲਦੀ ਹੁੰਦੀ ਸੀ ਵਿਕਰੀ ਕਰਨ ਤੇ, ਤਾਂ ਉਹ ਕੀ ਕਰ ਨਹੀਂ ਪਾਉਂਦਾ ਸੀਗਾ, ਖੇਤੀਬਾੜੀ ਦੇ ਉੱਤੇ ਖਰਚ ਨਹੀਂ ਕਰ ਪਾਉਂਦਾ ਹੁੰਦਾ ਸੀ। ਫਿਰ ਜਦੋਂ ਇਹਦੇ ਸੁਧਾਰ ਕੀਤਾ ਗਿਆ, ਵਿਕਰੀ ਸੰਬੰਧੀ ਸੁਧਾਰ ਕੀਤਾ ਗਿਆ, ਫਿਰ ਹੁਣ ਕਿਸਾਨਾਂ ਕੋਲ ਪੈਸੇ ਆ ਗਏ, ਤਾਂ ਉਹਨਾਂ ਨੇ ਖੇਤੀਬਾੜੀ ਨੂੰ ਆਪਣਾ ਇੱਕ ਅੱਛਾ ਉਹ ਦਿੱਤਾ, ਯੋਗਦਾਨ ਦਿੱਤਾ। ਉਹਨਾਂ ਨੇ ਅੱਛਾ ਕੰਮ ਕੀਤਾ, ਖੇਤੀਬਾੜੀ ਦੇ ਵਿੱਚ ਵਿਕਾਸ ਦੇ ਲਈ ਸੋਚਿਆ। ਠੀਕ ਹੈ ਜੀ, ਤੇ ਇਹ ਸੀਗੇ ਆਪਣੇ ਹਰੀ ਕ੍ਰਾਂਤੀ ਦੇ ਸਫਲਤਾ ਦੇ ਮੁੱਖ ਤੱਤ, ਕਿਹਦੇ ਕਰਕੇ ਹਰੀ ਕ੍ਰਾਂਤੀ ਆਈ ਸੀਗੀ। ਆਈ ਹੋਪ ਤੁਹਾਨੂੰ ਇਹ ਸਾਰੇ ਪੁਆਇੰਟ ਕਲੀਅਰ ਹੋ ਗਏ ਹੋਣਗੇ। ਠੀਕ ਹੈ ਜੀ, ਅਗਰ ਹੋ ਸਕੇ ਤਾਂ ਤੁਸੀਂ ਪਹਿਲਾਂ ਚੈਪਟਰ ਦੀ ਵੀਡੀਓ ਦੇਖਿਓ, ਉਹਦੇ ਵਿੱਚ ਪੂਰਾ ਕਨਫਰਮ ਮੈंने ਬਿਲਕੁਲ ਸਹੀ ਤਰੀਕੇ ਨਾਲ ਸਭ ਕੁਝ ਸਮਝਾਇਆ ਹੋਇਆਗਾ। ਠੀਕ ਹੈ, ਫਿਰ ਵੀ ਮੈਂ ਕੁਐਸਚਨ ਆਨਸਰ ਕਾਫੀ ਹੱਦ ਤੱਕ ਤੁਹਾਨੂੰ ਡਿਟੇਲਿੰਗ ਦੇ ਵਿੱਚ ਸਮਝਾ ਦਿੱਤਾਗਾ। ਆਈ ਹੋਪ ਤੁਹਾਨੂੰ ਸਭ ਕੁਝ ਸਮਝ ਆ ਗਿਆ ਹੋਊਗਾ। ਠੀਕ ਹੈ ਜੀ, ਹੁਣ 2-3 ਮੈਂ ਸ਼ਾਰਟ ਕੁਐਸਚਨ ਜੋ ਤੁਹਾਡੇ ਲਈ ਨੇ ਉਹ ਪੁੱਛਣਾ ਚਾਹੁੰਦੀ ਹਾਂ। ਠੀਕ ਹੈ ਜੀ, ਆਈ ਹੋਪ ਤੁਸੀਂ ਇਹ ਵੀਡੀਓ ਚੈਪਟਰ ਵਾਲੀ ਵੀਡੀਓਜ਼ और जो क्वेश्चन आंसर दी वीडियोस देख के ये जो जवाब है तुसी सही तरीके नाल दे सकते हो। ठीक है जी, तो चलो फर्स्ट क्वेश्चन की है अपना। फर्स्ट क्वेश्चन है, दाला दा अधिकतम उत्पादन देश केड़ा करदागा। दाला दा प्रोड्यूसर जेड़ा फर्स्ट केड़ा देश है जो दाला नू ज़्यादा उत्पादन दे विच योगदान दिंदागा। ਇਹਦਾ ਆਨਸਰ ਹੈ ਭਾਰਤ। ਭਾਰਤ ਪਹਿਲਾ ਸਥਾਨ ਪ੍ਰਾਪਤ ਕਰਦਾਗਾ ਦਾਲਾਂ ਨੂੰ ਪ੍ਰੋਡਿਊਸ ਕਰਨ ਦੇ ਵਿੱਚ। ਠੀਕ ਹੈ ਜੀ,
ਹੁਣ ਸੈਕੰਡ ਕੁਐਸਚਨ ਕੀ ਹੈ, ਭਾਰਤੀ ਖੇਤੀਬਾੜੀ ਦੇ ਪਛੜੇਪਨ ਦਾ ਇੱਕ ਕੋਈ ਮੇਨ ਕਾਰਨ ਦੱਸਣਾਗਾ, ਕੋਈ ਇੱਕ ਕਾਰਨ। ਠੀਕ ਹੈ ਜੀ, 1 ਵਰਡ ਕੁਐਸਚਨ ਹੈ ਤਾਂ ਇਹਦਾ ਆਨਸਰ ਹੈ ਖੇਤੀਬਾੜੀ ਦਾ ਛੋਟਾ ਆਕਾਰ ਹੋਣਾ। ਠੀਕ ਹੈ ਜੀ, ਜਿਵੇਂ ਕਿ ਤੁਹਾਨੂੰ ਪਤਾ ਕਿ ਖੇਤਾਂ ਦਾ ਆਕਾਰ ਕੀ ਹੁੰਦਾ ਸੀ, ਛੋਟਾ ਛੋਟਾ ਹੁੰਦਾ ਸੀ, ਜਿਹਦੇ ਕਰਕੇ ਵਿਗਿਆਨਿਕ ਢੰਗ ਨਾਲ ਖੇਤੀ ਨਹੀਂ ਹੋ ਪਾਉਂਦੀ ਸੀਗੀ। ਤਾਂ ਆਪਣਾ ਥਰਡ ਕੁਐਸਚਨ ਕੀ ਹੈ ਕਿ ਹਰੀ ਕ੍ਰਾਂਤੀ ਜਿਹੜਾ ਭਾਰਤ ਦੇ ਵਿੱਚ ਆਪਾਂ ਨੇ ਵਰਡ ਯੂਜ਼ ਕੀਤਾ ਸੀ ਕਿ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ, ਤਾਂ ਇਹ ਹਰੀ ਕ੍ਰਾਂਤੀ ਦਾ ਸਿਹਰਾ, ਯਾਨੀ ਕਿ ਹਰੀ ਕ੍ਰਾਂਤੀ ਨੂੰ ਕਿਹਨੇ ਲੱਭਿਆ ਸੀਗਾ, ਕਿਹਦੇ ਕਰਕੇ ਹਰੀ ਕ੍ਰਾਂਤੀ ਭਾਰਤ ਦੇ ਵਿੱਚ ਆਈ ਸੀਗੀ। ਠੀਕ ਹੈ, ਇਹਦਾ ਮੇਨ ਕ੍ਰੈਡਿਟ ਕਿਹਨੂੰ ਜਾਂਦਾਗਾ, ਤਾਂ ਇਹਦਾ ਆਨਸਰ ਹੈ ਡਾਕਟਰ ਨੋਰਮਾਨ ਵਰਲੌਗ ਤੇ ਡਾਕਟਰ M.N. ਸਵਾਮੀਨਾਥ। ਠੀਕ ਹੈ, ਡਾਕਟਰ ਨੋਰਮਾਨ ਵਰਲੌਗ ਅਤੇ M.N. ਸਵਾਮੀਨਾਥ। ਠੀਕ ਹੈ ਜੀ। ਆਪਣਾ ਫਿਫਥ ਕੁਐਸਚਨ ਹੈ ਕਿ ਹਰੀ ਕ੍ਰਾਂਤੀ ਦਾ ਇੱਕ ਦੋਸ਼ ਦੱਸੋ, ਵੀ ਹਰੀ ਕ੍ਰਾਂਤੀ ਕਿਉਂ ਘਟੀ ਸੀਗੀ। ਠੀਕ ਹੈ ਜੀ, ਤਾਂ ਹਰੀ ਕ੍ਰਾਂਤੀ ਇਸ ਕਰਕੇ ਹਰੀ ਕ੍ਰਾਂਤੀ ਘਟ ਗਈ, ਵੀ ਹਰੀ ਕ੍ਰਾਂਤੀ ਦਾ, ਤਾਂ ਕੁਐਸਚਨ ਕੀ ਹੈ ਆਪਣਾ, ਹਰੀ ਕ੍ਰਾਂਤੀ ਦਾ ਇੱਕ ਦੋਸ਼ ਦੱਸਣਾਗਾ। ਤਾਂ ਹਰੀ ਕ੍ਰਾਂਤੀ ਦਾ ਇੱਕ ਦੋਸ਼ ਇਹ ਹੈ ਕਿ ਇਹ ਸਿਰਫ ਚਾਵਲ ਅਤੇ ਕਣਕ ਦੀ ਪੈਦਾਵਾਰੀ ਵਿੱਚ ਵਾਧਾ ਹੋਇਆ ਸੀ, ਹੋਰ ਕੋਈ ਫਸਲਾਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਨਹੀਂ ਹੋਇਆ ਸੀ। ਆਪਣਾ ਫਿਫਥ ਕੁਐਸਚਨ ਕੀ ਹੈ, ਚੱਕਬੰਦੀ ਤੋਂ ਕੀ ਮਤਲਬ ਹੈ, ਚੱਕਬੰਦੀ ਕਿਸ ਨੂੰ ਕਹਿੰਦੇ ਹਨ। ਠੀਕ ਹੈ, ਤਾਂ ਚੱਕਬੰਦੀ ਦੇ ਵਿੱਚ ਕੀ ਹੁੰਦਾਗਾ, ਸਰਕਾਰ ਕਿਸਾਨਾਂ ਨੂੰ ਇਹ ਗੱਲ ਲਈ ਕਨਵਿੰਸ ਕਰਦੀ ਹੈ, ਇਸ ਗੱਲ ਲਈ ਮਨਾਉਂਦੀ ਹੁੰਦੀ ਹੈ ਕਿ ਉਹ ਕੀ ਕਰਨ, ਜਿਹੜੇ ਆਲੇ ਦੁਆਲੇ ਜੋ ਉਹਨਾਂ ਦੇ ਖੇਤ ਬਿਖਰੇ ਹੋਏ ਨੇ, ਛੋਟੇ ਛੋਟੇ ਜਿਹੜੇ ਖੇਤ ਆਲੇ ਦੁਆਲੇ ਬਿਖਰੇ ਪਏ ਨੇ, ਉਹਨਾਂ ਦੀ ਬਦਲੇ ਉਹ ਕੀ ਕਰਨ, ਸੇਮ ਆਕਾਰ ਦੀ ਔਰ ਉਸੇ ਪ੍ਰਕਾਰ ਦੀ ਉਸੇ ਕਿਸਮ ਦੀ ਖੇਤ ਨੂੰ 2 ਜਾਂ 3 ਲੈ ਲੈਣ, 2-3 ਖੇਤ ਨੂੰ ਲੈ ਲੈਣ, ਜਿੱਥੇ ਜ਼ਿਆਦਾ ਖੇਤ ਉਹਨਾਂ ਦੇ ਜਿਹੜੇ ਬਿਖਰੇ ਪਏ ਨੇ ਉਹਦੀ ਜਗ੍ਹਾ ਤੇ 2-3 ਖੇਤ ਹੀ ਲੈ ਲੈਣ। ਠੀਕ ਹੈ ਜੀ, ਇਕੱਠੇ। ਜੋ ਨੈਕਸਟ ਕੁਐਸਚਨ ਬਣਦਾ ਹੈ ਸ਼ਾਰਟ 1 ਮਾਰਕਸ ਦਾ, ਉਹ ਕੀ ਹੈ, HYV, ਇਹਦਾ ਫੁੱਲ ਫਾਰਮ ਦੱਸਣਾਗਾ। ਠੀਕ ਹੈ ਜੀ, ਤਾਂ ਮੈਂ ਇੱਥੇ ਲਿਖ ਦਿੰਦੀ ਹਾਂ ਤਾਂ ਜੋ ਤੁਹਾਨੂੰ ਸਪੈਲਿੰਗ ਦੇ ਵਿੱਚ ਵੀ ਮਿਸਟੇਕ ਨਾ ਹੋਵੇ। ठीक है जी, की है हाई यील्डिंग वैरायटी सीड्स। ठीक है जी, ये सीगा अब 2-3 छोटे छोटे क्वेश्चंस जो 1 मार्क्स दे सीगे। आई होप थोनू चैप्टर क्वेश्चन आंसर पूरे क्लीयर हो गए होंगे। ठीक है जी, इस वीडियो दे विच इन्ना ही। नैक्सट वीडियो दे विच आपां पढ़ांगे नैक्सट चैप्टर जो है 4th, उस तो बाद अपना जो इकोनॉमिक्स का पार्ट है वो बिल्कुल ही खत्म हो जाना है। थैंक यू फॉर वॉचिंग माई वीडियो। प्लीज़ लाइक एंड शेयर, सब्सक्राइब माई चैनल।